ਹੁਣ ਆਪਾਂ ਗੱਲ ਕਰਾਂਗੇ ਡਾਇਰੈਕਟਿਵ ਪ੍ਰਿੰਸੀਪਲਸ ਦੀ। ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪਾਲਿਸੀ ਜਿਹੜੀ ਹੈ ਇਹ ਸਾਡੇ ਸੰਵਿਧਾਨ ਦੀ ਇੱਕ ਹੋਰ ਵਧੀਆ ਵਿਸ਼ੇਸ਼ਤਾ ਆ। ਸੰਵਿਧਾਨ ਦਾ ਜਿਹੜਾ ਭਾਗ ਚੌਥਾ ਆ, ਪਾਰਟ 4 ਜਿਹੜਾ ਆ, ਉਹਦੇ ਵਿੱਚ ਕੁਛ ਡਾਇਰੈਕਟਿਵ ਪ੍ਰਿੰਸੀਪਲਸ ਦਿੱਤੇ ਗਏ ਆ ਸੈਂਟਰ ਵਾਸਤੇ ਵੀ ਅਤੇ ਸਟੇਟ ਲਈ। ਔਰ ਇਹ ਆਸ ਕੀਤੀ ਜਾਂਦੀ ਹੈ ਵੀ ਸੈਂਟਰ ਅਤੇ ਸਟੇਟ ਦੋਨੋਂ ਹੀ ਇਹਨਾਂ ਨੂੰ ਮੰਨੇ, ਕਿਉਂਕਿ ਜੇ ਆਪਾਂ ਇਹਨਾਂ ਚੀਜ਼ਾਂ ਨੂੰ, ਜੇ ਅਸੀਂ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਲੈ ਕੇ ਚੱਲਾਂਗੇ ਤਾਂ ਸਾਡਾ ਜਿਹੜਾ ਦੇਸ਼ ਹੈ ਉਹ ਇੱਕ ਕਲਿਆਣਕਾਰੀ ਰਾਜ ਬਣ ਕੇ ਸਾਹਮਣੇ ਆਊਗਾ। ਹੁਣ ਡਾਇਰੈਕਟਿਵ ਪ੍ਰਿੰਸੀਪਲਸ ਅਤੇ ਫੰਡਾਮੈਂਟਲ ਰਾਈਟਸ ਦੇ ਵਿੱਚ ਕੀ ਫਰਕ ਸੀਗਾ? ਡਾਇਰੈਕਟਿਵ ਪ੍ਰਿੰਸੀਪਲਸ ਔਰ ਇਹਦੇ ਵਿੱਚ ਮੇਨ ਫਰਕ ਇਹੀ ਸੀਗਾ ਵੀ ਜਿਹੜੇ ਫੰਡਾਮੈਂਟਲ ਰਾਈਟਸ ਆ ਉਹਦੇ ਵਾਸਤੇ ਆਪਾਂ ਕੋਰਟ ਦੇ ਵਿੱਚ ਜਾ ਸਕਦੇ ਹਾਂ, ਪਰ ਜਿਹੜੇ ਡਾਇਰੈਕਟਿਵ ਪ੍ਰਿੰਸੀਪਲਸ ਆ ਉਹ ਸਾਡੇ ਤੋਂ ਕੋਈ ਜ਼ਬਰਦਸਤੀ ਲਾਗੂ ਨਹੀਂ ਕਰ ਸਕਦਾ। ਜਿਹੜੇ ਨਿਰਦੇਸ਼ਕ ਸਿਧਾਂਤ ਆ, ਜਿੱਦਾਂ ਅਸੀਂ ਬੱਚੇ ਨੂੰ ਕਹਿੰਦੇ ਆ ਵੀ ਰੋਜ਼ ਪੜ੍ਹਿਆ ਕਰੋ, ਅਸੀਂ ਤਾਂ ਕਹਿਣਾ ਹੀ ਆ ਵੀ ਪੜ੍ਹੋ ਰੋਜ਼, ਬੱਚੇ ਪੜ੍ਹਨ ਨਾ ਪੜ੍ਹਨ ਉਹਨਾਂ ਦੀ ਮਰਜ਼ੀ ਹੈ। ਇਸੇ ਤਰ੍ਹਾਂ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਦਾ, ਜਿੱਦਾਂ ਮਹਾਤਮਾ ਗਾਂਧੀ ਨੇ ਕਿਹਾ ਸੀ ਸੱਚ ਦਾ ਪੱਲਾ ਫੜੋ, ਗਰੀਬਾਂ ਦੀ ਮਦਦ ਕਰੋ, ਕਿਸੇ ਨੂੰ ਤੰਗ ਨਾ ਕਰੋ, ਇਹ ਵਾਲੀਆਂ ਗੱਲਾਂ ਜਿਹੜੀਆਂ ਆ ਕੋਈ ਸਿਖਾਉਂਦਾ ਨਹੀਂ ਹੈ। ਇਹ ਸਾਡੇ ਆਪਣੇ ਕੌਨਸ਼ੀਅਸ ਦੇ ਉੱਪਰ ਆ ਵੀ ਅਸੀਂ ਇਹਨਾਂ ਨੂੰ ਮੰਨਦੇ ਹਾਂ ਕਿ ਨਹੀਂ। ਪਰ ਜੇ ਅਸੀਂ ਮੰਨਣ ਲੱਗ ਜਾਈਏ ਸਾਡੇ ਸੰਵਿਧਾਨ ਦੇ ਅਨੁਸਾਰ ਤਾਂ ਸਾਡਾ ਜਿਹੜਾ ਦੇਸ਼ ਹੈ ਇੱਕ ਕ੍ਰਾਂਤੀਕਾਰੀ, ਇੱਕ ਕਲਿਆਣਕਾਰੀ ਰਾਜ ਬਣ ਕੇ ਉੱਭਰ ਸਕਦਾ ਹੈ। ਨੈਕਸਟ ਜਿਹੜੀ ਸਾਡੇ ਸੰਵਿਧਾਨ ਦੀ ਵਿਸ਼ੇਸ਼ਤਾ ਆ, ਪਾਰਲੀਮੈਂਟਰੀ ਡੈਮੋਕ੍ਰੇਸੀ ਹੈ। ਭਾਰਤ ਦੇ ਵਿੱਚ ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਆ। ਵੈਸੇ ਹੀ ਕੋਈ ਕੁਐਸਚਨ ਕਰ ਲਵੇ ਵੀ ਤੁਹਾਡੇ ਦੇਸ਼ 'ਚ ਕਿਹੜੀ ਸਰਕਾਰ ਆ, ਸਾਰੇ ਬੱਚੇ ਕਹੋਗੇ ਜੀ ਡੈਮੋਕ੍ਰੇਸੀ। ਡੈਮੋਕ੍ਰੇਸੀ ਇਹ ਸਰਕਾਰ ਨਹੀਂ ਹੈ, ਡੈਮੋਕ੍ਰੇਸੀ ਇਜ਼ ਦਾ ਫਾਰਮ ਆਫ ਗਵਰਨਮੈਂਟ ਆ। ਸਰਕਾਰ ਕਿਹੜਾ ਮਾਡਲ ਆ, ਕਿਹੜਾ ਮਾਡਲ ਤੁਹਾਡੇ ਦੇਸ਼ ਦੇ ਵਿੱਚ ਕਿਹੜੇ ਮਾਡਲ ਦੀ ਸਰਕਾਰ ਆ? ਤਾਂ ਆਪਾਂ ਪਾਰਲੀਮੈਂਟਰੀ ਫਾਰਮ ਆਫ, ਕਿਸ ਫਾਰਮ ਦੀ ਸਰਕਾਰ ਆ? ਪਾਰਲੀਮੈਂਟਰੀ ਫਾਰਮ ਆਫ ਗਵਰਨਮੈਂਟ ਆ ਸਾਡੇ ਦੇਸ਼ ਦੇ ਵਿੱਚ। ਪਾਰਲੀਮੈਂਟਰੀ ਫਾਰਮ ਦਾ ਮਤਲਬ ਵੀ ਪਾਰਲੀਮੈਂਟ ਦੇ ਜਿੱਥੇ ਦੋ ਸਦਨ ਹੁੰਦੇ ਆ, ਲੋਕ ਸਭਾ ਅਤੇ ਰਾਜ ਸਭਾ। ਲੋਕ ਸਭਾ ਨੂੰ ਲੋਕਾਂ ਦਾ ਸਦਨ ਕਿਹਾ ਜਾਂਦਾ ਆ, ਜਿਹਦੇ ਵਿੱਚ ਲੋਕ ਸਭਾ ਸਰਕਾਰ ਬਣਾਉਂਦੀ ਹੈ। ਜਿਹੜੀ ਪਾਰਟੀ ਨੂੰ ਜ਼ਿਆਦਾ ਵੋਟਾਂ ਮਿਲ ਜਾਣ ਉਹ ਸਰਕਾਰ ਬਣਾਉਂਦੀ ਹੈ, ਅਤੇ ਉਹ ਆਪਣੇ ਵਿੱਚੋਂ ਹੀ ਜਿੱਤੀ ਹੋਈ ਪਾਰਟੀ ਆਪਣੇ ਹੀ ਬੰਦਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੀ ਹੈ ਦੇਸ਼ ਦਾ, ਅਤੇ ਬਾਕੀ ਦੇ ਸਾਰੇ ਉਹਦੇ ਮੰਤਰੀ ਮੰਡਲ ਦੇ ਮੈਂਬਰ ਬਣ ਜਾਂਦੇ ਹੈ। ਅਤੇ ਕੈਬਨਿਟ ਜਿਹੜੀ ਹੈ, ਕੈਬਨਿਟ ਸਾਰੀਆਂ ਪਾਵਰਸ ਦਾ ਇਸਤੇਮਾਲ ਕਰਦੀ ਹੈ ਔਰ ਆਪਣੇ ਹਰੇਕ ਫੈਸਲੇ ਵਾਸਤੇ ਇਹ ਜਿਹੜੀ ਹੈ ਜਵਾਬਦੇਹ ਹੁੰਦੀ ਹੈ। ਦੂਸਰੇ ਪਾਸੇ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਜਿਹੜੀ ਹੈ ਉਹਦੇ ਵਿੱਚ ਪ੍ਰੈਜ਼ੀਡੈਂਟ ਜਿਹੜਾ ਉਹ ਅਸਲੀ ਕਾਰਜਪਾਲਿਕਾ ਹੁੰਦਾ ਹੈ। ਭਾਰਤ ਦੇ ਵਿੱਚ ਜੇ ਪੁੱਛਿਆ ਜਾਵੇ ਅਸਲੀ ਕਾਰਜਪਾਲਿਕਾ ਕੌਣ ਆ, ਤਾਂ ਪ੍ਰਧਾਨ ਮੰਤਰੀ ਅਸਲੀ ਕਾਰਜਪਾਲਿਕਾ ਆ। ਭਾਰਤ ਦੇ ਵਿੱਚ ਜਿਹੜਾ ਰਾਸ਼ਟਰਪਤੀ ਆ ਉਹ ਨਾਮ ਮਾਤਰ ਮੁਖੀਆ ਹੁੰਦਾ, ਨਾਮ ਦਾ ਹੀ ਰਾਸ਼ਟਰਪਤੀ ਹੁੰਦਾ ਆ। ਉਹਦੇ ਕੋਲ ਸਾਰੀਆਂ ਪਾਵਰਾਂ ਜਿਹੜੀਆਂ ਆ ਉਹ ਹੁੰਦੀਆਂ ਰਾਸ਼ਟਰਪਤੀ ਦੇ ਨਾਂ 'ਤੇ ਹੀ ਆ, ਪਰ ਉਹਨਾਂ ਦਾ ਇਸਤੇਮਾਲ ਪ੍ਰਧਾਨ ਮੰਤਰੀ ਕਰਦਾ ਆ। ਰਾਸ਼ਟਰਪਤੀ ਚਾਹ ਕੇ ਵੀ ਕੋਈ ਫੈਸਲਾ ਨਹੀਂ ਲੈ ਸਕਦਾ। ਹਰ ਫੈਸਲੇ ਵਾਸਤੇ ਉਹਨੂੰ ਹਰੇਕ ਕਾਨੂੰਨ ਕੋਈ ਵੀ ਪਾਸ ਕੀਤਾ ਜਿਹੜਾ ਲੋਕ ਸਭਾ ਨੇ ਜਾਂ ਪ੍ਰਧਾਨ ਮੰਤਰੀ ਨੇ ਜੋ ਵੀ ਕਹਿ ਦਿੱਤਾ ਉਹ ਰਾਸ਼ਟਰਪਤੀ ਨੂੰ ਮੰਨਣਾ ਪੈਂਦਾ ਆ। ਹਰੇਕ ਕੰਮ ਦੇ ਵਿੱਚ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਲੈਣੀ ਪੈਂਦੀ ਹੈ। ਕਿਹਨੂੰ ਹਾਈ ਕੋਰਟ ਦਾ ਜੱਜ ਲਗਾਉਣਾ, ਕਿਹਨੂੰ ਸੁਪਰੀਮ ਕੋਰਟ ਦਾ ਜੱਜ ਲਗਾਉਣਾ, ਕਿਹਨਾਂ ਨੂੰ ਅੰਬੈਸਡਰ ਬਣਾ ਕੇ ਬਾਹਰ ਭੇਜਣਾ ਆ, ਦੂਸਰੇ ਮੁਲਕਾਂ ਨਾਲ ਕਿੱਦਾਂ ਸੰਬੰਧ ਵਧੀਆ ਬਣਾਉਣੇ ਆ, ਇਹ ਸਾਰੇ ਕੰਮਾਂ ਲਈ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਲੈਣੀ ਪੈਂਦੀ ਹੈ। ਸੋ ਇਸੇ ਕਰਕੇ ਭਾਰਤ ਦੇ ਵਿੱਚ ਰਾਸ਼ਟਰਪਤੀ ਨੂੰ ਜਿਹੜਾ ਆ ਸਿਰਫ ਰਬੜ ਸਟੈਂਪ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਨੈਕਸਟ ਕਰੈਕਟਰਿਸਟਿਕਸ ਆਫ ਆਵਰ ਕੌਨਸਟੀਟਿਊਸ਼ਨ ਇਜ਼ ਫੈਡਰਲ ਗਵਰਨਮੈਂਟ, ਕਿ ਭਾਰਤ ਦੇ ਵਿੱਚ ਸੰਘੀ ਸਰਕਾਰ ਆ। ਸੰਘੀ ਸਰਕਾਰ ਤੋਂ ਭਾਵ ਵੀ ਇੱਥੇ ਕੇਂਦਰ ਦੀ ਆਪਣੀ ਸਰਕਾਰ ਹੁੰਦੀ ਹੈ ਅਤੇ ਸਟੇਟ ਜਿਹੜੇ ਆ ਉਹਨਾਂ ਦੀਆਂ ਆਪਣੀਆਂ ਸਰਕਾਰਾਂ ਆ। ਇਸ ਹਿਸਾਬ ਨਾਲ ਜੇ ਸਾਡੇ ਦੇਸ਼ ਦੇ ਵਿੱਚ 28 ਸਟੇਟ ਆ ਤਾਂ 28 ਸਟੇਟਾਂ ਦੀਆਂ ਆਪਣੀਆਂ ਸਰਕਾਰਾਂ ਬਣੀਆਂ ਹੋਈਆਂ, ਸਟੇਟ ਗਵਰਨਮੈਂਟਸ ਬਣੀਆਂ ਹੋਈਆਂ, ਅਤੇ ਸੈਂਟਰ ਦੀ ਉੱਪਰ ਆਪਣੀ ਸਰਕਾਰ ਆ। ਪਰ ਜਿਹੜੀ ਸੈਂਟਰ ਗੌਰਮੈਂਟ ਆ ਉਹਦੇ ਕੋਲ ਚਾਹੇ ਸਟੇਟ ਦੇ ਕੋਲ ਆਪਣੀਆਂ ਸਰਕਾਰਾਂ ਆ, ਪਰ ਉਹਨੂੰ ਆਪਣੀ ਇਕਨੋਮਿਕ ਡਿਵੈਲਪਮੈਂਟ ਵਾਸਤੇ ਸੈਂਟਰ ਵੱਲ ਦੇਖਣਾ ਪੈਂਦਾ ਹੈ। ਹਰ ਤਰ੍ਹਾਂ ਦੇ ਪੈਕੇਜਿਸ ਲਈ, ਫੰਡਸ ਲਈ, ਗ੍ਰਾਂਟਸ ਵਾਸਤੇ ਜਿਹੜੀਆਂ ਜ਼ਿਆਦਾ ਤਾਕਤਾਂ ਆ, ਪਾਵਰਫੁਲ ਜਿਹੜੇ ਫਾਈਨੈਂਸ਼ੀਅਲ ਪਾਵਰਸ ਆ ਉਹ ਜ਼ਿਆਦਾ ਸੈਂਟਰ ਗੌਰਮੈਂਟ ਕੋਲ ਹੁੰਦੀਆਂ ਆ।
पंजाब दे विच भी चाहे हरियाणा सरकार है चाहे पंजाब सरकार है, कोई भी नैचुरल कैलमिटीज़ आ जाए, कोई प्राकृतिक जिहड़े प्रकृति वालों कोई आफतां आ जाण, कोई हड़ आ जाण, भूचाल आ जाण, एक्सीडेंट्स हो जाण, तो उहदे वास्ते फिर सरकारां की है सेंट्रल गौरमेंट तो ही आस रखदियां हैं फाइनैंशियल हैल्प लई। यूनीवर्सल अडल्ट फ्रेंचाइज एक बड़ा रेवोल्यूशनरी एस्पैक्ट आ भारती लोकतंत्र का। भारत की जिहड़ी धारा 326 है संविधान की, भारतीय संविधान की, वह यूनीवर्सल अडल्ट फ्रेंचाइज नाल डील करती है। अडल्ट फ्रेंचाइज का मतलब कि हर भारती जिहदी उम्र 18 साल हो चुकी है वह वोट पा सकता है, उसकी वोट बन जाती, उसका नाम वोटर लिस्ट में आ जाता है तो वह वोट पा सकता है बिना किसी भेदभाव तो। जाति के आधार पर नहीं उन्होंने रोक सकते, कास्ट के आधार पर नहीं, सैक्स के आधार पर नहीं, धर्म के आधार पर नहीं, वह एलिजिबल आ। बस जिहड़ा बच्चा 18 साल का हो गया, चाहे वह कुड़ी है, मुंडा आ, अमीर आ, गरीब आ, पेंडू है, शहरी है, पढ़िया लिखिया है, चाहे अनपढ़ आ, वो सारे की है वोट पा सकते हैं। पहले वोटिंग एज जिहड़ी सी वो 21 साल सी, पर हुण यह 18 साल हो गई है। 18 साल का बच्चा जिहड़ा आ वो भारत दे विच वोटर बन के अपने वोट का इस्तेमाल कर सकता है जनरल इलैक्शनस दे विच। इनू काफ़ी इनकलाबी पहलू भी कहा जाता है भारतीय लोकतंत्र का। नैक्सट जिहड़ी विशेषता है वह है साडी जुडिशियल रिव्यू। एक बड़ा सिग्निफिकेंट फीचर है ये भी भारतीय संविधान का कि भारतीय संविधान दे विच एक प्रोविजन बनाई है जुडिशियल रिव्यू की, भी न्यायिक समीक्षा। न्यायिक समीक्षा तो भाव भी साडे देश दे विच सुप्रीम कोर्ट दे कोल पावर आ कि संसद कोई भी लॉ पास करती है, कोई भी कानून जिहड़ा पास किया है, और सुप्रीम कोर्ट नूं जे लगदा है भी ये वाला जिहड़ा अधिकार आ या जिहड़ा यह कानून पास किया है पार्लियामेंट ने, वह आम नागरिकों के जिहड़े बुनियादी हक दिते हुए है, जिहड़े बुनियादी अधिकार उन्होंने दिते हुए है, उन्हां दे नाल मेल नहीं खाता, तां जे सुप्रीम कोर्ट चाहे तो इन्हां अधिकारां नूं इन्हां कानूनां नूं लॉज नूं जिहड़ा आ नल ते वॉइड कर सकता है, इन्हां नूं रद्द कर सकता है किसी भी लॉ नूं जिहड़ा कि पार्लियामेंट ने पास किया होवे। क्योंकि सुप्रीम कोर्ट जिहड़ा आ इंडिपेंडेंट अथॉरिटी है, इनू किसी सरकार तो किसी पार्टी तो डरन की लोड़ नहीं हुंदी। इन्हां दा जिहड़ा डिसीजन हुंदा वो पार्शल डिसीजन दे सकते हैं। सो इस तरह स्टेट लैजिस्लेचर जिहड़ियां राज विधान सभा आ उत्थे जिहड़ा यह कानूनां नूं रद्द करन दा काम आ वो हाई कोर्ट्स नूं दिता गया है। और भारत दे विच जे बच्चों नूं पुछ लिया जाए भारत दे विच सुप्रीम कोर्ट कित्थे है, तो मोस्टली बच्चे चंडीगढ़ ही कहते हैं जी सुप्रीम कोर्ट चंडीगढ़ विच है। तो जिहड़ा सुप्रीम कोर्ट है वो इक्को ही है, हायर अथॉरिटी सुप्रीम कोर्ट जिहड़ी है सारियां जिन्नियां हाई कोर्ट्स आ लोअर कोर्ट्स आ वो सारियां इहदे अंडर आंदियां है। सुप्रीम कोर्ट एक है जिहड़ा कि नवी दिल्ली विच है, देश की राजधानी दे विच है। और जिन्नियां हाई कोर्ट्स है जिन्ने साडे स्टेट है उन्नियां हाई कोर्ट्स है। हाँ कुछ स्टेट जिहड़े छोटे आ, कई जगह ते 2 स्टेट आ उन्होंने एको ही हाई कोर्ट उन्होंने दिता गया है। भारत दे विच इस टाइम 28 स्टेट आ ते 24 हाई कोर्ट्स हैगियां हैं, जिद्दां पंजाब ते हरियाणा इन्हां दी राजधानी भी इक्को ही है ते हाई कोर्ट भी इन्हां दा इक्को ही है जो कि चंडीगढ़ दे विच है। ठीक है, ये तुहाडी नॉलेज भी दस्सिया, तुसीं चाहो तो अपनी कापियां ते इन्हां नूं नोट भी कर सकदे हो। लैंग्वेज पॉलिसी इट्स द अनदर सिग्निफिकेंट आस्पैक्ट या करैक्टरिस्टिक ऑफ इंडियन कॉन्स्टिट्यूशन कह सकते हैं आपां। भारत दे विच जिद्दां 28 स्टेट है और सारे स्टेट भाषा के आधार पर बने हुए है, तो जिन्ने स्टेट आ उन्नियां उन्हां दी अलग अलग भाषा है। पंजाबी सभ्याचार तो यह कहता है पंजाब च तो आपां ये कहने भी 12 कोह ते हर 12 कोह ते भाषा जिहड़ी है वो बदल जाती है। तो ये पॉसीबल नहीं है भी आपां इन्नियां भाषावां नूं ऑफिशियल लैंग्वेज बनाइए या इन्हां दे विच काम करिए। तो साडे संविधान ने इहदा भी हल कढ के देता भी जिहड़ा सेंट्रल गौरमेंट आ उन्होंने 2 भाषा च कहता तुसीं काम करो, हिंदी ते इंग्लिश।
ਇਹਨਾਂ ਨੂੰ ऑफिशियल लैंग्वेज बनाता। ਤੁਸੀਂ देखो सेंट्रल गवर्नमेंट ਦੇ ਵਿੱਚ ਜਿੰਨੇ ਵੀ ਕਾਨੂੰਨ, ਜਿੰਨੇ ਵੀ ਕੋਈ ਆਰਡਰ ਨਿਕਲਦੇ ਆ, ਕੋਈ ਵੀ ਕੰਮ ਕੀਤਾ ਜਾਂਦਾ ਸਰਕਾਰੀ ਆਫਿਸ ਦੇ ਵਿੱਚ, ਤਾਂ ਉਹ ਹਿੰਦੀ ਤੇ ਇੰਗਲਿਸ਼ ਲੈਂਗੁਏਜ 'ਚ ਕੀਤਾ ਜਾਂਦਾ ਆ। ਅਤੇ ਸਟੇਟ ਨੂੰ ਵੀ ਪ੍ਰੋਵੀਜ਼ਨ ਦੇ ਦਿੱਤੀ ਵੀ ਤੁਸੀਂ ਆਪਣੀ ਲੋਕਲ ਭਾਸ਼ਾ ਨੂੰ ਆਪਣੀ ऑफिशियल ਲੈਂਗੁਏਜ ਬਣਾ ਸਕਦੇ ਹੋ। ਇਹੀ ਕਾਰਨ ਹੈ ਕਿ ਪੰਜਾਬ ਦੇ ਵਿੱਚ ਹਰ ਕੰਮ ਸਰਕਾਰੀ ਦਫ਼ਤਰਾਂ 'ਚ ਕਹਿ ਲਓ, ਸਾਡੇ ਉੱਥੇ ਮੁੱਖ ਮੰਤਰੀ ਦਫ਼ਤਰ 'ਚ ਕਹਿ ਲਓ, ਸੈਕਟਰੀਏਟ ਦੇ ਵਿੱਚ ਵੀ ਸਾਰੇ ਕੰਮ ਕੀ ਹੈ, ਪੰਜਾਬੀ ਭਾਸ਼ਾ 'ਚ ਕੀਤੇ ਜਾਂਦੇ ਆ। ਕਿਉਂਕਿ ਇਹ ਕਾਨੂੰਨ ਬਣਿਆ ਹੋਇਆ ਵੀ ਹਰ ਸਟੇਟ ਨੇ ਆਪਣੀ ਲੋਕਲ ਲੈਂਗੁਏਜ ਨੂੰ ਹੀ, ਜੋ ਉਹਨਾਂ ਦੀ ਭਾਸ਼ਾ ਆ, ਉਹਨੂੰ ਹੀ ऑफिशियल ਲੈਂਗੁਏਜ ਬਣਾਉਣਾ ਹੈ। ਸੋ ਪਰ ਕੌਂਸਟੀਟਿਊਸ਼ਨ ਨੇ ਇੰਡੀਆ ਇੱਕ ਮਲਟੀ ਲੈਂਗੁਏਜ ਸਟੇਟ ਸੀਗਾ, ਕਈ ਭਾਸ਼ਾ ਬੋਲੀਆਂ ਜਾਂਦੀਆਂ ਆ, ਤਾਂ ਉਹਨਾਂ ਨੇ ਹਿੰਦੀ ਨੂੰ ਕਿਸੇ ਟਾਈਮ ਦੇ ਉੱਤੇ ਨੈਸ਼ਨਲ ਲੈਂਗੁਏਜ ਡਿਕਲੇਅਰ ਕੀਤਾ ਸੀ। ਔਰ ਇਹ ਸੈਂਟਰ ਦੀ ਡਿਊਟੀ ਲਾਈ ਸੀ, ਯੂਨੀਅਨ ਗਵਰਨਮੈਂਟ ਦੀ ਡਿਊਟੀ ਲਾਈ ਸੀ ਵੀ ਹਿੰਦੀ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਪ੍ਰਮੋਟ ਕਰਨਾ ਹੈ, ਕਿੱਦਾਂ ਇਹਨੂੰ ਲੋਕਾਂ ਦੇ ਵਿੱਚ ਲੋਕਪ੍ਰਿਯ ਕਰਨਾ ਹੈ। ਭਾਸ਼ਾ ਨੀਤੀ ਤੋਂ ਬਾਅਦ ਜਿਹੜੀ ਸਾਡੀ ਅਗਲੀ ਵਿਸ਼ੇਸ਼ਤਾ ਆ, ਉਹ ਹੈ ਸਾਡੇ ਫੰਡਾਮੈਂਟਲ ਡਿਊਟੀਜ਼। ਜੇ ਇੱਕ ਪਾਸੇ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦਿੰਦਾ ਹੈ 6 ਤਰ੍ਹਾਂ ਦੇ, ਤਾਂ ਉਹਦੇ ਬਦਲੇ 'ਚ ਸਾਡੇ ਤੋਂ 11 ਸਾਨੂੰ ਉਹਨੇ ਡਿਊਟੀਜ਼ ਦਿੱਤੀਆਂ ਆ। ਪਹਿਲੇ 10 ਸਾਡੀਆਂ ਫੰਡਾਮੈਂਟਲ ਡਿਊਟੀਜ਼ ਸੀਗੀਆਂ, ਜਿਹਨੂੰ ਆਪਾਂ ਕਹਿੰਦੇ ਮੌਲਿਕ ਕਰਤੱਵ। ਪਹਿਲੇ 10 ਹੁੰਦੇ ਸੀਗੇ, ਹੁਣ 11 ਹੋ ਗਏ ਆ, ਅਤੇ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਜੇ ਇੱਕ ਪਾਸੇ ਅਸੀਂ ਅਧਿਕਾਰ ਚਾਹੁੰਦੇ ਹਾਂ ਵੀ ਸਾਡਾ ਸੰਵਿਧਾਨ ਸਾਨੂੰ ਅਧਿਕਾਰ ਦੇਵੇ, ਤਾਂ ਸੰਵਿਧਾਨ ਨੇ ਕੁਛ ਸਾਡੇ ਸਾਡੀਆਂ ਡਿਊਟੀਜ਼ ਵੀ ਲਾਈਆਂ ਆ ਵੀ ਅਸੀਂ ਇਹਨਾਂ ਡਿਊਟੀਜ਼ ਨੂੰ ਪੂਰਾ ਕਰੀਏ। ਅਤੇ ਸਭ ਤੋਂ ਪਹਿਲੀ ਜਿਹੜੀ ਸਾਡੀ ਡਿਊਟੀ ਹੈ, ਉਹ ਹੈ to abide by the constitution and respect ideals of the constitution and institutions। ਸਾਡੀ ਪਹਿਲੀ ਡਿਊਟੀ ਜਿਹੜੀ ਹੈ ਉਹ ਇਹ ਲਾਈ ਗਈ ਕਿ ਅਸੀਂ ਆਪਣੇ ਜਿਹੜਾ ਸਾਡੇ ਦੇਸ਼ ਦਾ ਸੰਵਿਧਾਨ ਆ, ਜਿਹੜੇ ਸੰਵਿਧਾਨ ਦੇ ਮੇਨ ਕੋਈ ਚਿੰਨ੍ਹ ਆ, ਕੋਈ ਇੰਸਟੀਟਿਊਸ਼ਨਸ ਆ, ਅਸੀਂ ਉਹਨਾਂ ਦੀ ਇੱਜ਼ਤ ਕਰੀਏ। ਉਹਦੇ ਵਿੱਚ ਜਿੱਦਾਂ ਰਾਸ਼ਟਰੀ ਝੰਡੇ ਦਾ ਸਨਮਾਨ ਕਰਨਾ, ਰਾਸ਼ਟਰੀ ਗੀਤ ਦਾ ਸਨਮਾਨ ਕਰਨਾ। ਔਰ ਸਨਮਾਨ ਆਪਾਂ ਪਤਾ ਜਦੋਂ ਵੀ ਰਾਸ਼ਟਰੀ ਗੀਤ ਗਾਇਆ ਜਾਂਦਾ ਅਸੀਂ ਸਾਰੇ ਸਿੱਧੇ ਖੜ੍ਹੇ ਹੋ ਜਾਂਦੇ ਹਾਂ। ਬਿਲਕੁਲ ਇੱਕ ਇਹ ਰਿਗਾਰਡ ਆ ਵੀ ਜਦੋਂ ਰਾਸ਼ਟਰੀ ਗੀਤ ਚੱਲਦਾ ਆ, ਥੀਏਟਰਾਂ ਵਿੱਚ ਵੀ ਚੱਲਣ ਲੱਗ ਗਿਆ ਸੀ, ਲੋਕ ਉਸ ਵੇਲੇ ਫਿਲਮ ਸ਼ੁਰੂ ਹੋਣ ਤੋਂ ਪਹਿਲੇ ਖੜ੍ਹੇ ਹੋ ਕੇ ਰਾਸ਼ਟਰੀ ਗੀਤ ਗਾਉਂਦੇ ਹੁੰਦੇ ਸੀ, ਜਾਂ ਕਹਿ ਲਓ ਆਪਣਾ ਰਿਗਾਰਡ ਸ਼ੋਅ ਕਰਦੇ ਹੁੰਦੇ ਸੀਗੇ ਖੜ੍ਹੇ ਹੋ ਕੇ। ਤਾਂ ਅਸੀਂ ਆਪਣੇ ਸੰਵਿਧਾਨ ਨੂੰ ਵੀ ਇੱਜ਼ਤ ਦਈਏ, ਸੰਵਿਧਾਨ ਨੂੰ ਵੀ, ਅਤੇ ਉਹਦੇ ਜਿਹੜੇ ਨੈਸ਼ਨਲ ਸਿੰਬਲਸ ਆ ਉਹਨਾਂ ਦੀ ਵੀ ਅਸੀਂ ਪਾਲਣਾ ਕਰੀਏ ਅਤੇ ਉਹਨਾਂ ਨੂੰ ਬਣਦਾ ਸਨਮਾਨ ਦਈਏ। ਦੂਸਰੀ ਫੰਡਾਮੈਂਟਲ ਡਿਊਟੀ ਸਾਡੀ ਹੈ ਟੂ ਚੈਰਿਸ਼ ਐਂਡ ਫੋਲੋ ਦਾ ਨੋਬਲ ਆਈਡੀਅਲਸ। ਵੀ ਅਸੀਂ ਉਹਨਾਂ ਜਿਹੜੇ ਨੋਬਲ ਆਈਡੀਅਲਸ ਸੀਗੇ ਜਿਨ੍ਹਾਂ ਨੇ ਵਿਚ ਇੰਸਪਾਇਰਡ ਆਵਰ ਨੈਸ਼ਨਲ ਸਟਰਗਲ ਫॉर ਫਰੀडम, ਅਸੀਂ ਉਹਨਾਂ ਨੋਬਲ ਕੰਮਾਂ ਲਈ, ਨੋਬਲ ਚਿੰਨ੍ਹਾਂ ਦਾ ਰਿਗਾਰਡ ਕਰੀਏ, ਉਹਨਾਂ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਰੱਖੀਏ, ਉਹਨਾਂ ਦੀ ਕਦਰ ਕਰੀਏ, ਆਪਣੇ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਵੇਲੇ ਸੰਘਰਸ਼ ਕੀਤਾ। ਅਸੀਂ ਹਮੇਸ਼ਾ ਹੀ ਉਹਨਾਂ ਆਦਰਸ਼ਾਂ ਦੀ ਕੀ ਹੈ, ਕਦਰ ਕਰਨੀ ਹੈ। ਤੀਸਰੀ ਸਾਡੀ ਡਿਊਟੀ ਹੈ ਟੂ ਅਪਹੋਲਡ ਐਂਡ ਪ੍ਰੋਟੈਕਟ ਦਾ ਸੋਵਰੈਨਿਟੀ, ਯੂਨਿਟੀ ਐਂਡ ਇੰਟੈਗਰਿਟੀ ਆਫ ਇੰਡੀਆ। ਭਾਰਤ ਦੀ ਪ੍ਰਭੂਸੱਤਾ, ਏਕਤਾ ਅਤੇ ਅਖੰਡਤਾ ਨੂੰ ਅਸੀਂ ਕਾਇਮ ਰੱਖਣਾ ਆ, ਆਪਸ 'ਚ ਮਿਲ ਜੁਲ ਕੇ ਪਿਆਰ ਨਾਲ ਰਹਿਣਾ ਆ, ਲੋਕਾਂ ਦੇ ਨਾਲ ਹਿੰਸਾ ਨਹੀਂ ਕਰਨੀ, ਧਰਮ ਦੇ ਨਾਂ 'ਤੇ ਨਹੀਂ ਲੜਨਾ। ਦੇਸ਼ ਦੀ ਜਿਹੜੀ ਅਖੰਡਤਾ ਆ ਉਹਨੂੰ ਕਾਇਮ ਰੱਖਣ ਲਈ ਹਰ ਤਰ੍ਹਾਂ ਦੀ ਅਸੀਂ ਕੋਸ਼ਿਸ਼ ਕਰਨੀ ਹੈ। ਚੌਥੀ ਡਿਊਟੀ ਸਾਡੀ ਸੀ ਟੂ ਡਿਫੈਂਡ ਦਾ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ। ਆਪਣੇ ਦੇਸ਼ ਨੂੰ ਅਸੀਂ ਬਚਾਉਣਾ ਆ, ਉਹਦੀ ਰੱਖਿਆ ਕਰਨੀ ਹੈ ਬਾਹਰਲੇ ਆਕਰਮਣਾਂ ਤੋਂ, ਅਤੇ ਹਮੇਸ਼ਾ ਸੇਵਾ ਲਈ ਤਿਆਰ ਰਹਿਣਾ ਆ। ਜਦੋਂ ਵੀ ਸਾਡੇ ਦੇਸ਼ ਨੂੰ ਸਾਡੀ ਕਿਸੇ ਵੀ ਤਰ੍ਹਾਂ ਦੀ ਸੇਵਾ ਦੀ ਲੋੜ ਆ, ਤਾਂ ਅਸੀਂ ਹਮੇਸ਼ਾ ਉਸ ਕੰਮ ਲਈ ਤਿਆਰ ਰਹਿਣਾ ਹੈ। ਦੇਸ਼ ਦੀ ਰੱਖਿਆ ਦੇ ਵਾਸਤੇ ਵੀ ਅਸੀਂ ਵਚਨਬੱਧ ਰਹਿਣਾ ਆ। ਬਾਹਰਲੇ ਸ਼ਰਾਰਤੀ ਅਨਸਰਾਂ ਨਾਲ ਮਿਲ ਕੇ ਅਸੀਂ ਜਿਹੜੀ ਦੇਸ਼ ਦੀ ਸੁਰੱਖਿਆ ਹੈ ਉਹਨੂੰ ਡਿਸਟਰਬ ਨਹੀਂ ਕਰਨਾ। ਫਿਫਥ ਇਜ਼ ਟੂ ਪ੍ਰਮੋਟ ਹਾਰਮਨੀ ਐਂਡ the spirit of common brotherhood among the people of India in spite of linguistic and regional diversities। ਵੀ ਅਸੀਂ
ਲੋਕਾਂ ਦੇ ਮਨਾਂ ਦੇ ਵਿੱਚ, ਚਾਹੇ ਉਹ ਅਲੱਗ-ਅਲੱਗ ਜਾਤੀਆਂ ਦੇ ਲੋਕ ਆ, ਅਲੱਗ-ਅਲੱਗ ਧਰਮਾਂ ਦੇ, ਭਾਸ਼ਾ ਦੇ ਲੋਕ ਆ, ਅਲੱਗ-ਅਲੱਗ ਏਰੀਆਜ਼ ਤੋਂ ਆਏ ਹੋਏ ਆ, ਅਸੀਂ ਉਹਨਾਂ ਦੇ ਵਿਚਾਲੇ ਇੱਕ ਹਾਰਮਨੀ, ਇੱਕ ਅਸੀਂ ਉਹਨਾਂ ਦੇ ਵਿੱਚ ਭਾਈਚਾਰੇ ਦੀ ਭਾਵਨਾ ਕਾਇਮ ਕਰਨੀ ਹੈ, ਉਹਨਾਂ ਦੇ ਵਿੱਚ ਪਿਆਰ ਦੀ ਭਾਵਨਾ, ਇੱਕ ਦੂਜੇ ਦੀ ਰਿਗਾਰਡ ਦੀ ਭਾਵਨਾ ਅਸੀਂ ਉਹਨਾਂ 'ਚ ਪੈਦਾ ਕਰਨੀ ਹੈ। ਉਸ ਤੋਂ ਇਲਾਵਾ ਟੂ ਰੈਨਾਊਂਸ ਪ੍ਰੈਕਟਿਸਿਸ ਡੈਰੋਗੇਟਰੀ ਟੂ ਦਾ ਡਿਗਨਿਟੀ ਆਫ ਵੂਮੈਨ, ਅਤੇ ਅਸੀਂ ਉਹ ਸਾਰੀਆਂ ਪ੍ਰੈਕਟਿਸਿਸ ਨੂੰ ਖ਼ਤਮ ਕਰਨਾ ਆ ਜੋ ਕਿ ਔਰਤ ਦੀ ਡਿਗਨਿਟੀ ਨੂੰ ਨੁਕਸਾਨ ਪਹੁੰਚਾਉਂਦੀਆਂ ਹੈ, ਜਾਂ ਔਰਤ ਦੇ ਉੱਤੇ ਜਿੱਦਾਂ ਪ੍ਰੋਸਟੀਟਿਊਸ਼ਨ ਆ, ਜਾਂ ਔਰਤ ਨੂੰ ਕਿਸੇ ਵੀ ਤਰੀਕੇ ਦੇ ਨਾਲ ਜਿਹੜੀ ਕੋਈ ਵੀ ਅਸੀਂ ਇੱਦਾਂ ਦੀ ਗੱਲ ਨਹੀਂ ਕਰਨੀ ਜਿਹਦੇ ਨਾਲ ਔਰਤ ਦੇ ਮਾਨ ਸਨਮਾਨ ਨੂੰ ਨੁਕਸਾਨ ਪਹੁੰਚੇ। 6ਵੀਂ ਡਿਊਟੀ ਸਾਡੀ ਹੈ ਟੂ ਵੈਲਿਊ ਐਂਡ ਪ੍ਰੀਜ਼ਰਵ ਦਾ ਰਿਚ ਹੈਰੀਟੇਜ ਆਫ ਆਵਰ ਕੰਪੋਜ਼ਿਟ ਕਲਚਰ, ਵੀ ਅਸੀਂ ਆਪਣਾ ਜਿਹੜਾ ਸਾਡਾ ਐਡਾ ਅਮੀਰ ਸੱਭਿਆਚਾਰ ਆ, ਇੰਨੀਆਂ ਭਾਸ਼ਾਵਾਂ, ਇੰਨੇ ਧਰਮਾਂ ਦੇ ਲੋਕ, ਅਲੱਗ-ਅਲੱਗ ਧਰਮਾਂ ਦੇ ਲੋਕ ਮਿਲ ਕੇ ਰਹਿ ਰਹੇ ਆ, ਅਸੀਂ ਆਪਣੇ ਇਸ ਅਮੀਰ ਵਿਰਸੇ ਦੀ ਸਾਂਭ ਸੰਭਾਲ ਕਰਨੀ ਹੈ, ਕਦਰ ਕਰਨੀ ਹੈ। Next is to protect and improve the natural environment including forests, lakes, rivers, wildlife। ਅਸੀਂ ਇਹਨਾਂ ਆਪਣੇ ਦੇਸ਼ ਦੇ ਵਾਤਾਵਰਨ ਦਾ ਵੀ, ਅਸੀਂ ਕੁਦਰਤੀ ਵਾਤਾਵਰਨ ਦਾ, ਜਿਹਦੇ ਵਿੱਚ ਅਸੀਂ ਜੰਗਲਾਂ ਨੂੰ ਨਹੀਂ ਕੱਟਣਾ, ਜੰਗਲਾਂ ਦਾ ਨੁਕਸਾਨ ਨਹੀਂ ਕਰਨਾ, ਜਿਹੜੀਆਂ ਝੀਲਾਂ ਆ, ਦਰਿਆ ਆ, ਜੰਗਲੀ ਜੀਵ ਜੰਤੂ ਆ, ਉਹਨਾਂ ਦਾ ਅਸੀਂ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ, ਉਹਨਾਂ ਦੇ ਹਾਲਾਤਾਂ ਸ਼ਿਕਾਰ ਨਹੀਂ ਕਰਨਾ, ਜਿਹੜੇ ਜੀਵਾਂ ਦਾ ਨੁਕਸਾਨ ਹੋ ਰਿਹਾ ਆ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਸ਼ਿਕਾਰ ਨਹੀਂ ਕਰਨਾ। ਕੁਛ ਜੀਵ ਜੰਤੂ ਜਿਹੜੇ ਸਾਡੇ ਆ ਉਹਨਾਂ ਦੀ ਜਿਹੜੀ ਜਾਤੀਆਂ ਆ ਉਹ ਖਤਮ ਹੋ ਰਹੀਆਂ ਆ, ਅਸੀਂ ਉਹਨਾਂ ਜਾਤੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਹੈ। ਜਿਹੜੇ ਜੀਵ ਜੰਤੂ ਘਟਦੇ ਪਏ ਆ ਅਸੀਂ ਉਹਨਾਂ ਦਾ ਸ਼ਿਕਾਰ ਨਹੀਂ ਕਰਨਾ, ਦਰਿਆਵਾਂ ਨਦੀਆਂ ਨੂੰ ਗੰਦੇ ਨਹੀਂ ਕਰਨਾ ਕਿਉਂਕਿ ਇਹਦੇ ਨਾਲ ਪੋਲਿਊਸ਼ਨ ਫੈਲ ਰਿਹਾ ਆ, ਅਤੇ ਅਸੀਂ ਜਿਹੜੇ ਹਰ ਤਰ੍ਹਾਂ ਦੀ ਕੋਸ਼ਿਸ਼ ਕਰਨੀ ਹੈ ਜੀਵ ਜੰਤੂਆਂ ਪ੍ਰਤੀ ਹਮਦਰਦੀ ਰੱਖੀਏ, ਉਹਨਾਂ ਨੂੰ ਪਿਆਰ ਕਰੀਏ, ਬਚਾਅ ਕਰੀਏ, ਕੁਦਰਤੀ ਵਾਤਾਵਰਨ ਦੀ ਰੱਖਿਆ ਕਰੀਏ। ਕਿਉਂਕਿ ਆਪਾਂ ਦੇਖ ਰਹੇ ਹਾਂ ਕਿ ਅੱਜ ਤੋਂ 10 ਸਾਲ ਪਹਿਲੇ ਇਹਨਾਂ ਮਹੀਨਿਆਂ ਦੇ ਵਿੱਚ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਸੀ, ਔਰ ਬਰਸਾਤਾਂ ਵੀ ਬਹੁਤ ਜ਼ਿਆਦਾ, ਗਰਮੀ ਵੀ ਨਹੀਂ ਇੰਨੀ ਪੈਂਦੀ ਸੀ। ਹੁਣ 40 ਡਿਗਰੀ ਟੈਂਪਰੇਚਰ ਹੈ, 40-42 ਵੀ ਹੋ ਜਾਂਦਾ ਇਹਨਾਂ ਦਿਨਾਂ 'ਚ। ਹੁਣ ਤਾਂ ਪਤਾ ਹੀ ਨਹੀਂ ਲੱਗਦਾ। ਜਦੋਂ ਅਸੀਂ ਛੋਟੇ ਹੁੰਦੇ ਸੀ ਉਦੋਂ ਸਾਨੂੰ ਪਤਾ ਹੁੰਦਾ ਸੀ ਵੀ ਅਗਸਤ ਦੇ ਵਿੱਚ ਬਰਸਾਤਾਂ ਆ ਜਾਣੀਆਂ, ਹੁਣ ਤਾਂ ਅਗਸਤ ਅੱਧਾ ਲੰਘ ਜਾਂਦਾ ਆ, ਬਰਸਾਤਾਂ ਹੀ ਨਹੀਂ ਆਉਂਦੀਆਂ। ਇਹਦਾ ਕਾਰਨ ਕੀ ਹੈ ਵੀ ਅਸੀਂ ਆਪਣੇ ਕੁਦਰਤੀ ਵਾਤਾਵਰਨ ਨਾਲ ਛੇੜਖਾਨੀ ਕੀਤੀ ਹੈ। ਦਰੱਖਤਾਂ ਦੇ ਦਰੱਖਤ ਅਸੀਂ ਕੱਟੀ ਜਾ ਰਹੇ ਹਾਂ, ਪਰ ਬਦਲੇ 'ਚ ਅਸੀਂ ਉੱਥੇ ਇੱਕ ਦਰੱਖਤ ਨਹੀਂ ਲਗਾ ਰਹੇ। ਸੋ ਮੋਟੀਵੇਟ ਕਰੋ ਆਪਣੇ ਦੋਸਤਾਂ ਨੂੰ, ਆਪਣੇ ਮਿੱਤਰਾਂ ਨੂੰ, ਸਕੂਲਾਂ ਦੇ ਵਿੱਚ, ਘਰਾਂ ਦੇ ਵਿੱਚ ਬੂਟੇ ਲਾਓ। ਬਰਥਡੇ ਗਿਫਟ ਆਪਾਂ ਇਹ ਦੇ ਸਕਦੇ ਹਾਂ ਕਿਉਂਕਿ ਇਹ ਗਿਫਟ ਤਾਂ ਸਦਾ ਨਾਲ ਰਹਿਣੇ ਹੈ। ਸੋ ਆਪਣੇ ਇਹ ਸਾਡੀ ਮੋਰਲ ਡਿਊਟੀ ਬਣਦੀ ਹੈ ਵੀ ਅਸੀਂ ਨਦੀਆਂ ਦੇ ਪਾਣੀ ਨੂੰ ਖਰਾਬ ਨਾ ਕਰੀਏ, ਹੈ ਨਾ। ਕਿਉਂਕਿ ਮੈਨੂੰ ਲੱਗਦਾ ਇਹ ਵੀ ਜਿਹੜਾ ਅਸੀਂ ਕਹਿੰਦੇ ਹਾਂ, ਸਾਡੀ ਬਾਣੀ ਵੀ ਸਾਨੂੰ ਮੱਤ ਦੇਣ ਲੱਗੀ ਹੋਈ ਹੈ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਔਰ ਅਸੀਂ ਮੈਨੂੰ ਲੱਗਦਾ ਇਸ ਕਿਸੇ ਵੀ ਗੱਲ 'ਤੇ ਨਹੀਂ ਉਤਰ ਰਹੇ। ਪਾਣੀ ਅਸੀਂ ਜਾਇਆ ਕਰੀ ਜਾ ਰਹੇ ਹਾਂ, ਖਰਾਬ ਕਰੀ ਜਾ ਰਹੇ ਹਾਂ, ਵਿੱਚ ਗੰਦਾ ਪਾਣੀ ਰੋੜੀ ਜਾ ਰਹੇ ਹਾਂ। ਧਰਤੀ ਦਾ ਕੋਈ ਰਖਵਾਲੀ ਨਹੀਂ। ਜਦੋਂ ਅਸੀਂ ਕਣਕਾਂ ਵੱਢ ਲੈਂਦੇ ਹਾਂ, ਝੋਨੇ ਦੀ ਸਾਨੂੰ ਕਾਹਲੀ ਹੁੰਦੀ ਹੈ ਵੀ ਝੋਨਾ ਲਾ ਦਈਏ, ਫਿਰ ਅਸੀਂ ਨਾੜ ਨੂੰ ਸਾੜਨਾ ਜ਼ਰੂਰੀ ਸਮਝਦੇ ਹਾਂ ਬਜਾਏ ਕਿ ਉਹਨੂੰ ਅਸੀਂ ਧਰਤੀ ਦੇ ਵਿੱਚ ਉਹ ਕਰ ਦਈਏ। ਤਾਂ ਇਹਦੇ ਨਾਲ ਅਸੀਂ ਵਾਤਾਵਰਨ ਤਾਂ ਖਰਾਬ ਕਰ ਹੀ ਰਹੇ ਹਾਂ, ਅਸੀਂ ਆਪਣੇ ਲਈ ਵੀ ਮੁਸੀਬਤਾਂ ਸਹੇੜ ਰਹੇ ਹਾਂ। ਸੋ ਇਹ ਸਾਡੀ ਡਿਊਟੀ ਬਣਦੀ ਹੈ। ਸਾਡਾ ਸੰਵਿਧਾਨ ਤਾਂ ਸਾਨੂੰ 1950 ਦਾ ਆਗਾਹ ਕਰੀ ਜਾਂਦਾ ਆ ਵੀ ਆਪਾਂ ਆਪਣੇ ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਕਰਨੀ ਹੈ, ਪਰ ਇੰਨੇ ਸਾਲ ਹੋ ਗਏ, 70 ਸਾਲ ਹੋ ਗਏ, ਹੁਣ ਤੱਕ ਸਾਨੂੰ ਸਮਝ ਆ ਜਾਣੀ ਚਾਹੀਦੀ ਹੈ। ਇਹ ਸਾਡੀ ਡਿਊਟੀ ਵੀ ਬਣਦੀ ਹੈ ਵੀ ਜਿਹੜਾ ਵਾਤਾਵਰਨ ਸਾਡੇ ਲਈ ਐਡਾ ਵਧੀਆ ਸਮਾਨ, ਸਾਡੇ ਲਈ ਸਾਹ ਲੈਣ ਲਈ ਸਾਨੂੰ ਆਕਸੀਜਨ ਪ੍ਰੋਵਾਈਡ ਕਰਾ ਰਿਹਾ, ਨਦੀਆਂ ਪਾਣੀ ਦੇ ਰਹੀਆਂ, ਉਹਨਾਂ ਦਾ ਅਸੀਂ ਧਿਆਨ ਰੱਖੀਏ। Next is to develop the scientific temper, humanism and spirit of inquiry and reform। ਵੀ ਅਸੀਂ ਵਹਿਮ ਭਰਮਾਂ ਨੂੰ ਛੱਡ ਕੇ ਆਪਣਾ ਜਿਹੜਾ ਸਾਡੀ ਸੋਚ ਆ ਉਹ ਸਾਇੰਟੀਫਿਕ ਰੱਖੀਏ, ਵਿਗਿਆਨਕ ਤਰੀਕੇ ਨਾਲ ਸੋਚੀਏ, ਲੋਕਾਂ ਦੇ ਭਲੇ ਦੀਆਂ ਗੱਲਾਂ ਬਾਰੇ ਸੋਚੀਏ, ਅਤੇ ਜਿੱਥੇ ਸਾਨੂੰ ਲੱਗਦਾ ਆ ਉੱਥੇ ਅਸੀਂ ਬਦਲਾਅ ਲਿਆਉਣ ਦੀ ਕੋਸ਼ਿਸ਼ ਕਰੀਏ।
नौवीं साडी ड्यूटी जिहड़ी है वो है टू सेफगार्ड पब्लिक प्रॉपर्टी एंड टू एडज्योर वायलेंस। भी सानू जिहड़ी साडी सरकारी साडी ओह है जिहड़ी संपत्ति है पब्लिक प्रॉपर्टी है जिहड़ी ਉਹਦੀ ਅਸੀਂ ਸਾਂਭ ਸੰਭਾਲ ਕਰੀਏ, रक्षा करिए, क्योंकि ਜਦੋਂ भी ਅਸੀਂ ਕਿਸੇ ਵੀ ਕਾਨੂੰਨ ਦੇ ਖਿਲਾਫ ਜਾਂਦੇ ਹਾਂ, ਸਰਕਾਰ ਕੋਈ ਕੰਮ ਗਲਤ ਕਰ ਦਿੰਦੀ ਹੈ, ਸਾਡੇ ਭਲੇ ਦੀ ਗੱਲ ਨਹੀਂ ਕਰਦੀ, ਤਾਂ ਅਸੀਂ ਪਬਲਿਕ ਪ੍ਰੋਪਰਟੀ ਨੂੰ ਨੁਕਸਾਨ ਕਰਦੇ। ਅਸੀਂ ਆਪਣੇ ਘਰ ਦੀਆਂ ਛੱਤਾਂ ਨਹੀਂ ਕਦੀ ਤੋੜਦੇ, ਆਪਣੇ ਘਰਾਂ ਦੇ ਸ਼ੀਸ਼ੇ ਨਹੀਂ ਤੋੜਦੇ। ਅਸੀਂ ਹਮੇਸ਼ਾ ਗੱਡੀ ਦੀਆਂ ਲਾਈਨਾਂ ਦਾ ਨੁਕਸਾਨ, ਬੱਸਾਂ ਦੇ ਸ਼ੀਸ਼ੇ ਤੋੜ ਦਿੰਦੇ ਹਾਂ, ਹੌਸਪੀਟਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਾਂ। ਤਾਂ ਅਸੀਂ ਇੱਦਾਂ ਦੇ ਵਾਇਲੈਂਸ ਨੂੰ ਛੱਡ ਕੇ ਆਪਣੇ ਦੇਸ਼ ਦੀ ਪ੍ਰੋਪਰਟੀ ਦੀ, ਪਬਲਿਕ ਪ੍ਰੋਪਰਟੀ ਦੀ ਅਸੀਂ ਸਾਂਭ ਸੰਭਾਲ ਕਰਨੀ ਹੈ, ਰੱਖਿਆ ਕਰਨੀ ਹੈ, ਕਿਉਂਕਿ ਇਹਨਾਂ ਚੀਜ਼ਾਂ ਦਾ ਸਾਨੂੰ ਹੀ ਲਾਭ ਆ। ਔਰ ਜੇ ਇਹ ਨਹੀਂ ਕੰਮ ਕਰਨਗੀਆਂ ਤਾਂ ਇਹਦਾ ਨੁਕਸਾਨ ਵੀ ਸਾਨੂੰ ਹੀ ਹੈ। ਸੋ ਇੱਦਾਂ ਦੇ ਟਾਈਮ ਦੇ ਵਿੱਚ ਸਾਨੂੰ ਪਬਲਿਕ ਪ੍ਰੋਪਰਟੀ ਦੀ, ਖਾਸ ਕਰਕੇ ਅੱਜ ਕੱਲ੍ਹ ਇੱਦਾਂ ਦੇ ਹਾਲਾਤ ਆ ਗਏ ਆ ਵੀ ਕੋਵਿਡ-19 ਦੇ ਪੇਸ਼ੈਂਟਸ ਦੀ ਗਿਣਤੀ ਜਿਹੜੀ ਹੈ ਦਿਨ ਪ੍ਰਤੀ ਦਿਨ ਵਧੀ ਜਾ ਰਹੀ ਹੈ। ਜੇ ਅਸੀਂ ਆਪਣੀ ਪਬਲਿਕ ਪ੍ਰੋਪਰਟੀ ਸਾਂਭੀ ਹੋਊਗੀ ਤਾਂ ਉਹ ਮਰੀਜ਼ਾਂ ਦਾ ਇਲਾਜ ਵੀ ਕੀ ਹੈ ਵਧੀਆ ਤਰੀਕੇ ਨਾਲ ਹੋ ਸਕਦਾ ਹੈ। ਹਿੰਸਾ ਤੋਂ ਦੂਰ ਰਹਿਣਾ ਆ, ਕਿਸੇ ਤਰੀਕੇ ਦੀ ਮਾਰ ਕੁਟਾਈ, ਲੜਾਈ ਝਗੜਾ ਨਹੀਂ ਕਰਨਾ। 10ਵਾਂ ਟੂ ਸਟਰਾਈਵ ਟੂਵਰਡਸ ਐਕਸੀਲੈਂਸ ਇਨ ਆਲ ਸਫੇਅਰਸ ਆਫ ਦ ਇੰਡੀਵਿਜੂਅਲ ਐਂਡ ਕੋਲੈਕਟਿਵ ਐਕਟੀਵਿਟੀਜ਼। ਅਤੇ ਅਸੀਂ ਸਾਰਿਆਂ ਨੇ ਰਲ ਕੇ ਇੰਡੀਵਿਜੂਅਲ ਲੈਵਲ 'ਤੇ ਵੀ ਅਸੀਂ ਕੋਸ਼ਿਸ਼ ਕਰਨੀ ਆ ਅੱਗੇ ਵਧਣ ਦੀ, ਅਤੇ ਇਕੱਠਿਆਂ ਨੇ ਵੀ ਅਸੀਂ ਇੱਦਾਂ ਦੀ ਐਕਟੀਵਿਟੀਜ਼ ਕਰਨੀ ਆ ਕਿ ਸਾਡਾ ਹਰ ਮੈਦਾਨ ਫਤਿਹ ਹੋਵੇ। ਇੱਦਾਂ ਦੀ ਅਸੀਂ ਕੋਸ਼ਿਸ਼ ਕਰਨੀ ਆ ਵੀ ਅਸੀਂ ਇਕੱਠੇ ਰਲ ਕੇ ਚੱਲੀਏ, ਜਿਹਦੇ ਨਾਲ ਦੇਸ਼ ਤਾਂ ਤਰੱਕੀ ਕਰੇ, ਅਸੀਂ ਵੀ ਆਪਣੇ ਆਪਣੇ ਲੈਵਲ ਦੇ ਉੱਤੇ ਤਰੱਕੀ ਕਰੀਏ। ਪੰਜਾਬ ਗਵਰਨਮੈਂਟ ਦਾ ਨਾਅਰਾ ਆ ਮਿਸ਼ਨ ਫਤਿਹ। ਮਿਸ਼ਨ ਫਤਿਹ ਤੋਂ ਭਾਵ ਹਰ ਮੈਦਾਨ ਜਿੱਤਣਾ। ਔਰ ਕੋਵਿਡ ਨੂੰ ਜਿੱਤਣ ਲਈ ਮਿਸ਼ਨ ਫਤਿਹ ਵਰਗਾ ਅਸੀਂ ਨਾਅਰਾ ਲਗਾ ਸਕਦੇ ਹਾਂ। ਕਿੱਦਾਂ ਲਗਾ ਸਕਦੇ ਹਾਂ? ਜੇ ਅਸੀਂ ਆਪਣੇ ਘਰਾਂ ਦੇ ਵਿੱਚ ਸੇਫ ਰਵਾਂਗੇ। ਔਰ ਇਹ ਇਕੱਲੇ ਮੇਰੇ ਘਰ ਰਹਿਣ ਨਾਲ ਜਾਂ CM ਸਾਹਿਬ ਦੇ ਘਰ ਰਹਿਣ ਨਾਲ ਨਹੀਂ ਹੋਣਾ। ਇਹਦੇ ਵਾਸਤੇ ਸਾਨੂੰ ਸਾਰਿਆਂ ਨੂੰ ਇਸ ਮੈਦਾਨ ਦੇ ਵਿੱਚ ਸਾਰਿਆਂ ਨੂੰ ਆਪ ਚੱਲਣਾ ਪਊਗਾ, ਕਿਉਂਕਿ ਇਹ ਸਾਡੇ ਸਾਰਿਆਂ ਦੇ ਭਲੇ ਲਈ ਹੈ। ਕਹਿੰਦੇ ਆ ਬੂੰਦ ਬੂੰਦ ਕਰਨ ਦੇ ਨਾਲ, ਬੂੰਦ ਬੂੰਦ ਪਾਉਣ ਦੇ ਨਾਲ ਘੜਾ ਭਰ ਜਾਂਦਾ ਹੈ। ਜੇ ਅਸੀਂ ਇੱਕ ਇੱਕ ਪਰਿਵਾਰ ਆਪਣੇ ਘਰਾਂ ਦੇ ਵਿੱਚ ਮਾਸਕ ਪਾਵਾਂਗੇ, ਹੱਥ ਧੋ ਕੇ ਜਾ ਰਹੇ ਹਾਂ, ਨੇਸ਼ਨ ਵਾਈਜ਼ ਇਹਨੂੰ ਸੋਚਾਂਗੇ, ਤਾਂ ਅਸੀਂ ਜਿਹੜੀ ਹੈ ਇਸ ਕੋਵਿਡ ਤੋਂ ਛੇਤੀ ਹੀ ਛੁਟਕਾਰਾ ਪਾ ਸਕਦੇ ਹਾਂ। ਇਹਦੇ ਵਾਸਤੇ ਇੱਕ ਬੰਦੇ ਦੀ ਨਹੀਂ, ਪੂਰੀ ਸੁਸਾਇਟੀ ਦੀ ਜ਼ਰੂਰਤ ਆ, ਪੂਰੇ ਲੋਕਾਂ ਦੀ ਜ਼ਰੂਰਤ ਆ ਵੀ ਅਸੀਂ ਕਲੈਕਟਿਵ ਐਫਰਟਸ ਕਰੀਏ। ਔਰ ਨੈਕਸਟ ਜਿਹੜਾ ਆ, ਪਹਿਲੇ ਸਾਡੀਆਂ 10 ਡਿਊਟੀ ਸੀ, ਹੁਣ ਸਾਡੀ 11 ਹੋ ਗਈਆਂ। ਸਾਡੇ ਸੰਵਿਧਾਨ ਦੇ ਵਿੱਚ ਸਾਡੇ ਲਈ 11ਵਾਂ ਕਰਤੱਵ ਰੱਖ ਦਿੱਤਾ ਹੈ ਫॉर ਪੇਰੈਂਟਸ, ਕਿ ਇਹ ਮਾਂ ਬਾਪ ਦੀ ਡਿਊਟੀ ਹੈ ਕਿ ਉਹ ਆਪਣੇ ਬੱਚਿਆਂ ਨੂੰ, ਜਿਹੜੇ 6 ਤੋਂ 14 ਸਾਲ ਤੱਕ ਦੇ ਬੱਚੇ ਹੈ, ਉਹਨਾਂ ਨੂੰ ਹਰ ਹਾਲ ਦੇ ਵਿੱਚ ਸਕੂਲ ਭੇਜਣ। ਕਿਉਂਕਿ ਜਿਹੜੀ 6 ਤੋਂ 14 ਸਾਲ ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਸਾਰਿਆਂ ਲਈ ਕੰਪਲਸਰੀ ਹੈ, ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਹੈ। ਔਰ ਇਹ ਹਰੇਕ ਮਾਂ ਬਾਪ ਨੂੰ, ਚਾਹੇ ਤੁਸੀਂ ਅਮੀਰ ਆ, ਗਰੀਬ ਆ, ਨਹੀਂ ਪੜ੍ਹਾ ਸਕਦੇ ਬੱਚਿਆਂ ਨੂੰ, ਤਾਂ ਵੀ ਤੁਸੀਂ ਸਰਕਾਰੀ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਭੇਜੋ। ਕਿਉਂਕਿ ਸਿੱਖਿਆ ਦਾ ਅਧਿਕਾਰ ਜਿਹੜਾ ਆ ਇਹ ਸਾਨੂੰ ਬਾਏ ਬਰਥ ਮਿਲਦਾ ਆ। ਸਾਡੇ ਦੇਸ਼ ਦਾ ਸੰਵਿਧਾਨ ਵੀ ਸਾਨੂੰ ਇਹ ਅਧਿਕਾਰ ਦੇ ਰਿਹਾ ਹੈ, ਪਹਿਲੇ ਵੀ ਸੀ, ਪਰ ਹੁਣ ਉਹਨੂੰ ਇੱਕ ਡਿਊਟੀ ਬਣਾ ਦਿੱਤਾ ਹੈ ਪੇਰੈਂਟਸ ਦੀ ਕਿ ਉਹ 6 ਤੋਂ 14 ਸਾਲ ਤੱਕ ਆਪਣੇ ਬੱਚਿਆਂ ਨੂੰ ਪੜ੍ਹਨ ਲਈ ਸਕੂਲਾਂ 'ਚ ਭੇਜਣ। ਅਤੇ ਲਾਸਟ ਵਿੱਚ ਆਪਾਂ ਪ੍ਰੀਐਂਬਲ ਦੀ ਗੱਲ ਸ਼ੁਰੂ ਕੀਤੀ ਸੀ, ਐਂਡ ਦੇ ਵਿੱਚ ਮੈਂ ਦੱਸਣਾ ਚਾਹੂੰਗੀ ਵੀ ਸਾਡਾ ਪ੍ਰੀਐਂਬਲ ਸੈਕੂਲਰਿਜ਼ਮ ਵੱਲ ਜ਼ੋਰ ਦੇਣ ਲੱਗਾ ਹੈ। ਭਾਰਤ ਦੇ ਵਿੱਚ ਹਿੰਦੂ, ਜੈਨ, ਬੁੱਧਿਸਟ, ਸਿੱਖ, ਇਸਲਾਮ, ਕ੍ਰਿਸਚਨਸ ਸਾਰੇ ਕੁਛ ਹੋਣ ਦੇ ਬਾਵਜੂਦ, ਅਲੱਗ-ਅਲੱਗ ਧਰਮਾਂ ਦੇ ਲੋਕ ਹੋਣ ਦੇ ਬਾਵਜੂਦ, ਸਟਿਲ ਦੇ ਆਰ ਇੰਡੀਅਨਸ। ਇਹੀ ਸਾਡੇ ਦੇਸ਼ ਦੀ ਜਿਹੜੀ ਪ੍ਰਸਤਾਵਨਾ ਆ ਸੈਕੂਲਰ ਵਰਡ 'ਚ ਦੱਸਣਾ ਚਾਹੁੰਦੀ ਹੈ ਕਿ ਸੈਕੂਲਰ ਤੋਂ ਭਾਵ ਅਸੀਂ ਚਾਹੇ ਹਿੰਦੂ ਬਣ ਜਾਈਏ, ਮੁਸਲਮਾਨ ਹੋਈਏ, ਸਿੱਖ ਹੋਈਏ, ਇਸਲਾਮਿਕ ਧਰਮ ਦੇ ਨੁਮਾਇੰਦੇ ਹੋਈਏ, ਚਾਹੇ ਅਸੀਂ ਕ੍ਰਿਸਚੈਨਿਟੀ ਨੂੰ ਮੰਨਦੇ ਹੋਈਏ, ਇਹ ਸਾਰਾ ਕੁਛ ਹੋਣ ਦੇ ਬਾਵਜੂਦ ਅਸੀਂ ਸਾਰੇ ਇੱਕ ਪਰਿਵਾਰ ਦਾ ਹਿੱਸਾ ਹਾਂ, ਅਸੀਂ ਇੰਡੀਅਨ ਹਾਂ। ਔਰ ਮੈਨੂੰ ਲੱਗਦਾ ਆ ਸਾਡੇ ਦੇਸ਼ ਦੀ ਪ੍ਰਸਤਾਵਨਾ ਜਿਹੜੀ ਹੈ ਉਹ ਇਹ ਵਾਲਾ ਟਾਰਗੇਟ ਅਚੀਵ ਕਰਨ ਦੇ ਵਿੱਚ ਕਾਮਯਾਬ ਹੋਈ ਹੈ। ਧੰਨਵਾਦ ਮੇਰਾ ਲੈਕਚਰ ਸੁਣਨ ਲਈ। ਕੋਈ ਕਿਸੇ ਦੀ ਕੁਐਰੀ ਹੈ, ਤੁਸੀਂ ਮੇਰਾ ਲੈਕਚਰ YouTube ਦੇ ਇਸ ਚੈਨਲ ਦੇ ਉੱਤੇ ਦੇਖ ਸਕਦੇ ਆ। ਹੋਰ ਵੀ ਕਈ ਲੈਕਚਰਸ ਹੈ,
ਜੇ ਤੁਸੀਂ ਮੇਰਾ ਚੈਨਲ ਹਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਕਰ ਲਓ। ਐਜੂਕੇਸ਼ਨ ਐਨਸਾਈਕਲੋਪੀਡੀਆ ਮੇਰੇ ਚੈਨਲ ਦਾ ਨਾਮ ਹੈ। ਤੁਸੀਂ ਉਹਦੀ ਸਬਸਕ੍ਰਿਪਸ਼ਨ ਵਾਸਤੇ ਬੈਲ ਨੂੰ ਵੀ ਕਲਿੱਕ ਕਰ ਸਕਦੇ ਹੋ ਅਤੇ ਮੇਰੇ ਲੈਕਚਰ ਉੱਤੇ ਦੇਖ ਸਕਦੇ ਹੋ। ਜੇ ਤੁਹਾਨੂੰ ਮੇਰਾ ਲੈਕਚਰ ਵਧੀਆ ਲੱਗੇ ਤਾਂ ਤੁਸੀਂ ਉੱਤੇ ਕਮੈਂਟ ਕਰ ਸਕਦੇ ਹੋ। ਜੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗੇ ਤਾਂ ਤੁਸੀਂ ਨਿਸੰਕੋਚ ਆਪਣੇ ਜਿਹੜੇ ਵਿਚਾਰ ਮੈਨੂੰ ਭੇਜ ਸਕਦੇ ਹੋ। ਧੰਨਵਾਦ।